BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਜਸਟਿਨ ਟਰੂਡੋ ਇਸ ਵਾਰ ਕੈਲਗਰੀ ਸਟੈਂਪੀਡ 'ਚ ਨਹੀਂ ਹੋਣਗੇ ਸ਼ਾਮਲ, ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਦਿੱਤੀ ਜਾਣਕਾਰੀ। 11 ਲੀਨ ਐਨਰਜੀ ਪ੍ਰੋਜੈਕਟਸ ਨੂੰ ਫੈਡਰਲ ਫੰਡਿੰਗ 'ਚੋਂ ਮਿਲਣਗੇ $11 ਮਿਲੀਅਨ। ਕੁਦਰਤੀ ਸਰੋਤ ਮੰਤਰੀ ਜੋਨਾਥਨ ਵਿਲਕਿੰਸਨ ਨੇ ਕੀਤਾ ਐਲਾਨ। ਜੋ ਬਾਈਡਨ ਨੂੰ ਲੈ ਕੇ ਚੱਲ ਰਹੀ ਅਟਕਲਾਂ ਨੂੰ ਵਾਈਟ ਹਾਊਸ ਨੇ ਕੀਤਾ ਦੂਰ, ਕਿਹਾ ਦੌੜ 'ਚ ਬਣੇ ਰਹਿਣਗੇ ਰਾਸ਼ਟਰਪਤੀ ਜੋ ਬਾਈਡਨ। ਜਮੈਕਾ ਦੇ ਨੇੜੇ ਪਹੁੰਚਿਆ ਹਰੀਕੇਨ ਬੈਰਿਲ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ। ਹਰੀਕੇਨ ਦੇ ਰਸਤੇ 'ਚ ਪਹਿਲਾਂ ਹੀ 7 ਲੋਕਾਂ ਦੀ ਜਾ ਚੁੱਕੀ ਹੈ ਜਾਨ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਮਰ ਕੈਂਪੇਨ ਸਰਕਟ ਵਿੱਚ ਇਸ ਵਾਰ ਕੈਲਗਰੀ ਸਟੈਂਪੀਡ ਵਿੱਚ ਆਉਣਾ ਸ਼ਾਮਲ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸਾਲਾਨਾ 10 ਦਿਨ ਦਾ ਰੋਡੀਓ ਅਤੇ ਫੈਸਟੀਵਲ ਆਮ ਤੌਰ ਤੇ ਸਿਆਸਤਦਾਨਾਂ ਲਈ ਇੱਕ ਜ਼ਰੂਰੀ ਸਮਾਗਮ ਹੁੰਦਾ ਹੈ ਅਤੇ ਟਰੂਡੋ ਨੇ 2020 ਅਤੇ 21 ਦੇ ਕੋਵਿਡ-19 ਸਾਲਾਂ ਨੂੰ ਛੱਡ ਕੇ ਅਜਿਹਾ ਕੋਈ ਗਰਮੀ ਦਾ ਸੀਜ਼ਨ ਨਹੀਂ ਛੱਡਿਆ ਜਿਸ ਵਿੱਚ ਉਹ ਕੈਲਗਰੀ ਨਾ ਆਏ ਹੋਣ। ਪਰ ਇਸ ਵਾਰ ਉਹਨਾਂ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਪ੍ਰਧਾਨ ਮੰਤਰੀ ਲਈ ਪੈਨਕੇਕ ਫਲਿਪਿੰਗ, ਕਾਊਬॉय ਹੈਟ ਟਿਪਿੰਗ ਜਾਂ ਭੀੜ ਭੜੱਕਾ ਨਹੀਂ ਹੋਵੇਗਾ। ਹਾਲਾਂਕਿ ਉਹਨਾਂ ਦੇ ਇਸ ਗੈਰ ਹਾਜ਼ਰੀ ਲਈ ਕੋਈ ਤੁਰੰਤ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ, ਪਰ ਕਾਬਿਲੇ ਗੌਰ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਐਲਾਨ ਕੀਤਾ ਸੀ ਕਿ ਉਹ 8 ਤੋਂ 11 ਜੁਲਾਈ ਤੱਕ ਇਸ ਸਾਲ ਦੇ ਨੈਟੋ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਾਸ਼ਿੰਗਟਨ DC ਦੀ ਯਾਤਰਾ ਕਰਨਗੇ। ਜ਼ਿਕਰਯੋਗ ਹੈ ਕਿ ਕੈਲਗਰੀ ਸਟੈਂਪੀਡ ਅਧਿਕਾਰਤ ਤੌਰ ਤੇ ਸ਼ੁੱਕਰਵਾਰ ਨੂੰ ਪਰੇਡ ਨਾਲ ਸ਼ੁਰੂ ਹੋਵੇਗਾ ਤੇ 14 ਜੁਲਾਈ ਤੱਕ ਚੱਲੇਗਾ। ਦੱਸਦੇ ਕਿ ਜਸਟਿਨ ਟਰੂਡੋ ਸਾਲ 2017 ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ ਸੀ, ਪਰ ਇੱਕ ਝਗੜੇ ਤੋਂ ਬਾਅਦ ਜਦੋਂ ਉਹ ਗੱਲ ਦੇ ਨਾਲ ਆਪਣੀ ਕੈਨੇਡਾ ਦਿਵਸ ਭਾਸ਼ਣ ਦੌਰਾਨ ਐਲਬਰਟਾ ਨੂੰ ਪ੍ਰੋਵਿੰਸਾਂ ਦੀ ਸੂਚੀ ਵਿੱਚ ਸ਼ਾਮਲ ਕਰਨਾ ਭੁੱਲ ਗਏ ਸੀ, ਉਦੋਂ ਉਹ 2 ਹਫ਼ਤਿਆਂ ਬਾਅਦ ਸਟੈਂਪੀਡ ਵਿੱਚ ਦਿਖਾਈ ਦਿੱਤੇ। ਇਸ ਦੇ ਨਾਲ ਟਰੂਡੋ ਇਸ ਸਮੇਂ 24 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਲੰਬੇ ਸਮੇਂ ਤੋਂ ਟੋਰਾਂਟੋ ਸਟੇਟ ਦੇ ਲਿਬਰਲ ਹਾਰ ਦੇ ਨਤੀਜੇ ਨਾਲ ਨਜਿੱਠ ਰਹੇ ਹਨ। ਚੋਣਾਂ ਵਿੱਚ ਉਹਨਾਂ ਦੀ ਪਾਰਟੀ ਦੀ ਗਿਰਾਵਟ 1 ਸਾਲ ਤੋਂ ਵੱਧ ਸਮਾਂ ਚੱਲੀ ਹੈ ਤੇ ਉਹਨਾਂ ਦੇ ਸੰਸਦ ਮੈਂਬਰ ਅਗਲੀਆਂ ਚੋਣਾਂ ਤੋਂ ਪਹਿਲਾਂ ਵਾਪਸੀ ਕਰਨ ਦੇ ਤਰੀਕੇ ਬਾਰੇ ਤਿਆਰੀਆਂ ਵਿੱਚ ਹਨ। ਇਸ ਤੋਂ ਪਿਛਲੇ ਸਾਲ ਭੀੜ ਨੇ ਸੈਲਫੀ ਲੈਂਦੇ ਹੋਏ ਪ੍ਰਧਾਨ ਮੰਤਰੀ ਦਾ ਮਜ਼ਾਕ ਵੀ ਉਡਾਇਆ ਸੀ ਜਦੋਂ ਟਰੂਡੋ ਸਟੈਂਪੀਡ ਦੇ ਮੈਦਾਨ ਵਿੱਚੋਂ ਲੰਘੇ ਸੀ। ਉਹਨਾਂ ਨੇ ਐਲਬਰਟਾ ਵਿੱਚ ਚੁਣੇ ਗਏ 2 ਲਿਬਰਲਸ ਵਿੱਚੋਂ ਇੱਕ ਕੈਲਗਰੀ ਦੇ MP ਜੋਰਜ ਚਾਹਲ ਦੁਆਰਾ ਆਯੋਜਿਤ ਨਾਸ਼ਤੇ ਵਿੱਚ ਪੈਨਕੇਕ ਵੀ ਫਲਿਪ ਕੀਤੇ। ਚਾਹਲ ਇਸ ਸਾਲ ਫੇਰ ਪੈਨਕੇਕ ਬ੍ਰੇਕਫਾਸਟ ਦੀ ਮੇਜ਼ਬਾਨੀ ਕਰ ਰਹੇ ਹਨ, ਪਰ ਟਰੂਡੋ ਉੱਥੇ ਨਹੀਂ ਹੋਣਗੇ। ਫੈਡਰਲ ਸਰਕਾਰ ਨੇ ਲੈਫਟੀਨੈਂਟ ਜਨਰਲ ਰੱਖਿਆ ਮੁਖੀ ਵਜੋਂ ਜੈਨੀ ਕੈਰਿਗਨਨ ਨੂੰ ਨਿਯੁਕਤ ਕੀਤਾ ਹੈ, ਜਿਸ ਨਾਲ ਉਹ ਕੈਨੇਡੀਅਨ ਆਰਮ ਫੋਰਸਿਸ ਦੀ ਉੱਚ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣ ਗਈ ਹੈ। ਕੈਰਿਗਨਨ ਵਰਤਮਾਨ ਵਿੱਚ ਪੇਸ਼ੇਵਰ ਆਚਰਣ ਅਤੇ ਸੰਸਕ੍ਰਿਤੀ ਦੀ ਫੌਜ ਮੁਖੀ ਹੈ, ਜੋ ਕਿ ਜਿਨਸੀ ਦੁਰਵਿਹਾਰ ਦੇ ਸੰਕਟ ਦੇ ਮੱਦੇਨਜ਼ਰ ਬਣਾਈ ਗਈ ਇੱਕ ਪੋਜੀਸ਼ਨ ਹੈ। ਰਿਪੋਰਟ ਮੁਤਾਬਕ 2021 ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਕਈ ਉੱਚ ਦਰਜੇ ਦੇ ਆਗੂਆਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ, ਜਿਸ ਵਿੱਚ ਸਾਬਕਾ ਰੱਖਿਆ ਮੰਤਰੀ ਸੱਜਣ ਨੂੰ ਵੀ ਇਸ ਮੰਤਰਾਲੇ ਤੋਂ ਅਸਤੀਫਾ ਦੇਣਾ ਪਿਆ ਸੀ। ਜਿਸ ਦੇ ਨਤੀਜੇ ਵਜੋਂ ਸਕੈਂਡਲ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਲੂਇਸ ਆਬਰ ਦੁਆਰਾ ਇੱਕ ਘਾਤਕ ਬਾਰੇ ਰਿਪੋਰਟ ਨੂੰ ਪ੍ਰੇਰਿਤ ਕੀਤਾ, ਜਿਸਨੇ ਹਥਿਆਰਬੰਦ ਬਲਾਂ ਦੇ ਅੰਦਰ ਜ਼ਹਿਰੀਲੇ ਸੱਭਿਆਚਾਰ ਨੂੰ ਬਦਲਣ ਲਈ ਕਈ ਸਿਫਾਰਸ਼ਾਂ ਕੀਤੀਆਂ ਤੇ ਕੈਰਿਗਨਨ ਉਸ ਸੱਭਿਆਚਾਰ ਨੂੰ ਸੁਧਾਰਨ ਦੇ ਯਤਨਾਂ ਦਾ ਚਿਹਰਾ ਰਹੀ ਹੈ ਜੋ ਉਹਨਾਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਯਤਨਾਂ ਬਾਰੇ ਜਨਤਾ ਨੂੰ ਅਪਡੇਟ ਪ੍ਰਦਾਨ ਕਰਦਾ ਹੈ। ਦੱਸਦੇ ਕਿ ਕੈਰਿਗਨਨ 1986 ਵਿੱਚ ਮਿਲਟਰੀ ਵਿੱਚ ਸ਼ਾਮਲ ਹੋਈ ਸੀ ਅਤੇ ਉਸਨੇ ਕਬੈਕ ਵਿੱਚ ਹੜ੍ਹਾਂ ਦਾ ਜਵਾਬ ਦੇਣ ਲਈ ਲੜਾਕੂ ਇੰਜੀਨੀਅਰ ਰੈਜੀਮੈਂਟਸ ਅਤੇ ਫੌਜਾਂ ਦੀ ਅਗਵਾਈ ਵੀ ਕੀਤੀ ਹੈ ਅਤੇ ਸਾਲ 2008 ਵਿੱਚ ਉਹ ਇੱਕ ਲੜਾਈ ਫੌਜ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣ ਗਈ। ਉਸਨੇ ਇਰਾਕ ਵਿੱਚ 1 ਸਾਲ ਲੰਬੇ ਨੈਟੋ ਮਿਸ਼ਨ ਦੀ ਅਗਵਾਈ ਵੀ ਕੀਤੀ ਹੈ, ਜੋ ਕਿ 2020 ਦੇ ਅਖੀਰ ਵਿੱਚ ਖਤਮ ਹੋਇਆ। ਕੈਰਿਗਨਨ ਨੇ ਸੰਸਕ੍ਰਿਤੀ ਤਬਦੀਲੀ ਤੇ ਚੱਲ ਰਹੀ ਯਤਨਾਂ ਅਤੇ ਸਾਲਾਂ ਦੀ ਘਟਦੀ ਭਰਤੀ ਅਤੇ ਮਾੜੀ ਧਾਰਨਾ ਦੇ ਬਾਅਦ ਆਪਣੇ ਰੈਂਕ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਨ ਦੇ ਜ਼ਰੂਰੀ ਕੰਮ ਦੇ ਵਿਚਕਾਰ ਤਬਦੀਲੀ ਵਿੱਚ ਇੱਕ ਫੌਜ ਦੀ ਕਮਾਨ ਵੀ ਸੰਭਾਲੀ ਹੈ। ਜ਼ਿਕਰਯੋਗ ਹੈ ਕਿ ਕੈਨੇਡੀਅਨ ਆਰਮ ਫੋਰਸਿਸ ਕੋਲ ਲਗਭਗ 16,000 ਸੈਨਿਕਾਂ ਦੀ ਘਾਟ ਹੈ ਅਤੇ ਕਈ ਸਾਲਾਂ ਤੋਂ ਇਹ ਸੇਵਾ ਮੁਕਤੀ ਜਾਂ ਰਿਹਾਈ ਤੋਂ ਹਾਰਨ ਨਾਲੋਂ ਜ਼ਿਆਦਾ ਮੈਂਬਰਾਂ ਦੀ ਭਰਤੀ ਕਰਨ ਵਿੱਚ ਅਸਫਲ ਰਹੀ ਹੈ, ਜੋ ਕਿ ਰੱਖਿਆ ਮੰਤਰੀ ਬਿਲ ਬਲੇਅਰ ਨੇ ਮਾਰਚ ਵਿੱਚ ਦੁਹਰਾਇਆ ਸੀ। ਅਤੇ ਕੈਰਿਗਨਨ ਹੁਣ ਅਧਿਕਾਰਤ ਤੌਰ ਤੇ 18 ਜੁਲਾਈ ਨੂੰ ਇੱਕ ਸਮਾਰੋਹ ਵਿੱਚ ਹਥਿਆਰਬੰਦ ਬਲਾਂ ਦੀ ਕਮਾਨ ਸੰਭਾਲਣ ਲਈ ਤਿਆਰ ਹੈ। ਕੈਨੇਡਾ ਦੇ ਐਮਰਜੈਂਸੀ ਪ੍ਰੀਪੇਅਰਡਨੈਸ ਮੰਤਰੀ ਤੇ ਸਾਬਕਾ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਨੂੰ ਲੈ ਕੇ ਫੈਡਰਲ ਲਿਬਰਲਸ ਇਹ ਦੱਸਣ ਲਈ ਤਿਆਰ ਨਹੀਂ ਹਨ ਕਿ ਕੀ ਸਾਬਕਾ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਸੇ ਹੋਰ ਗਰੁੱਪ ਦੀ ਤਰਫੋਂ ਦਖਲ ਦਿੱਤਾ ਤੇ ਅਫਗਾਨਿਸਤਾਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਕਾਬਲ 2021 ਵਿੱਚ ਤਾਲਿਬਾਨ ਦੇ ਹੱਥੋਂ ਡਿੱਗਿਆ ਸੀ। ਹਾਲਾਂਕਿ ਸੱਜਣ ਨੇ ਕਿਹਾ ਹੈ ਕਿ ਉਹਨਾਂ ਨੇ ਕੈਨੇਡੀਅਨ ਆਰਮ ਫੋਰਸਿਸ ਨੂੰ 200 ਤੋਂ ਵੱਧ ਅਫਗਾਨ ਸਿੱਖਾਂ ਦੇ ਇੱਕ ਸਮੂਹ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ ਉਚਿਤ ਚੈਨਲਾਂ ਦੀ ਵਰਤੋਂ ਕੀਤੀ ਜੋ ਉਸ ਸਮੇਂ ਉੱਥੇ ਫਸੇ ਹੋਏ ਸੀ। ਸੱਜਣ ਦੇ ਬੁਲਾਰਾ, ਜੋ ਹੁਣ ਐਮਰਜੈਂਸੀ ਤਿਆਰੀ ਮੰਤਰੀ ਹਨ, ਦਾ ਕਹਿਣਾ ਹੈ ਕਿ ਇਹ ਕਮਜ਼ੋਰ ਸਮੂਹਾਂ ਦੀ ਗੋਪਨੀਯਤਾ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ ਮਿਆਰੀ ਅਭਿਆਸ ਹੈ। ਉਹ ਕਹਿੰਦੀ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਉਹ ਨਿਕਾਸੀ ਦੀਆਂ ਕੋਸ਼ਿਸ਼ਾਂ ਬਾਰੇ ਵੇਰਵੇ ਨਹੀਂ ਦੇ ਸਕਦੀ, ਜਿਸ ਵਿੱਚ ਇਹ ਜਾਣਕਾਰੀ ਵੀ ਸ਼ਾਮਲ ਹੈ ਕਿ ਕੀ ਸੱਜਣ ਨੇ ਉਹਨਾਂ ਦੀ ਤਰਫੋਂ ਦਖਲ ਦਿੱਤਾ ਸੀ ਜਾਂ ਨਹੀਂ। ਪਰ ਸੱਜਣ ਦੇ ਦਫ਼ਤਰ ਵੱਲੋਂ ਅਜਿਹਾ ਜ਼ਰੂਰ ਕਿਹਾ ਗਿਆ ਹੈ ਕਿ ਕੈਨੇਡਾ ਦੇ ਨਿਕਾਸੀ ਯਤਨਾਂ ਦੇ ਸਮੇਂ ਮੰਤਰੀ, ਉਹਨਾਂ ਦੇ ਸਟਾਫ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਸਹਾਇਤਾ ਲਈ ਬਹੁਤ ਸਾਰੀਆਂ ਬੇਨਤੀਆਂ ਮਿਲ ਰਹੀਆਂ ਸੀ। ਇਸ ਸਾਰੇ ਮਾਮਲੇ ਨੂੰ ਲੈ ਕੇ ਆਗੂ ਦਾ ਕਹਿਣਾ ਹੈ ਕਿ ਉਹਨਾਂ ਨੇ ਸਿੱਖ ਸਮੂਹ ਬਾਰੇ ਦਿੱਤੀ ਗਈ ਜਾਣਕਾਰੀ ਨੂੰ ਰਿਲੇ ਕੀਤਾ, ਜੋ ਸਿੱਧੇ ਤੌਰ ਤੇ ਫੌਜ ਨਾਲ
ਜੁੜਨ ਵਿੱਚ ਅਸਮਰਥ ਸੀ ਅਤੇ ਇਹ ਕਿਹਾ ਕਿ ਉਹਨਾਂ ਨੇ ਕਿਸੇ ਵੀ ਸਮੇਂ ਬਲਾਂ ਨੂੰ ਕਿਸੇ ਹੋਰ ਦੇ ਬਚਾਅ ਨੂੰ ਪਹਿਲ ਦੇਣ ਲਈ ਨਹੀਂ ਕਿਹਾ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸਹਾਇਤਾ ਕਰਨ ਵਾਲੇ ਕੈਨੇਡੀਅਨਸ ਅਤੇ ਅਫਗਾਨ ਨਾਗਰਿਕਾਂ ਦੀ ਰਵਾਨਗੀ ਦੀ ਸਹੂਲਤ ਦੇਣ ਤੋਂ ਇਲਾਵਾ ਪੱਛਮੀ ਦੇਸ਼ਾਂ ਨੇ ਤਾਲਿਬਾਨ ਦੁਆਰਾ ਅਤਿਆਚਾਰ ਦੇ ਖਤਰੇ ਲਈ ਦ੍ਰਿੜ ਇਰਾਦੇ ਵਾਲੇ ਸਮੂਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਮਹਿਲਾ ਆਗੂਆਂ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ, ਪੱਤਰਕਾਰ ਅਤੇ ਧਾਰਮਿਕ ਘੱਟ ਗਿਣਤੀਆਂ ਸ਼ਾਮਲ ਹਨ। ਰੱਖਿਆ ਮੁਖੀ ਜਨਰਲ ਵੇਨ ਆਇਰ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਕਿਹਾ ਹੈ ਕਿ ਫੌਜ ਕਾਨੂੰਨੀ ਹੁਕਮਾਂ ਦੀ ਪਾਲਣਾ ਕਰ ਰਹੀ ਸੀ ਜਦੋਂ ਇਸਨੇ ਅਫਗਾਨ ਸਿੱਖਾਂ ਦੇ ਸਮੂਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਉਹਨਾਂ ਸਮੂਹਾਂ ਦੀ ਸੂਚੀ ਵਿੱਚ ਸਨ ਜਿਨ੍ਹਾਂ ਲਈ ਸਰਕਾਰ ਨੇ ਸਹਾਇਤਾ ਮਨਜ਼ੂਰ ਕੀਤੀ ਸੀ। ਇੱਕ ਸੰਸਦੀ ਕਮੇਟੀ ਜੋ ਕੈਨੇਡਾ ਦੇ ਨਿਕਾਸੀ ਯਤਨਾਂ ਦੀ ਜਾਂਚ ਕਰਦੀ ਹੈ ਨੇ ਆਖਰਕਾਰ ਇਹ ਪਾਇਆ ਕਿ ਨਿਕਾਸੀ ਪ੍ਰਕਿਰਿਆ ਨੌਕਰਸ਼ਾਹੀ ਦੁਆਰਾ ਉਲਝੀ ਹੋਈ ਸੀ ਅਤੇ ਇਸ ਤੱਥ ਦੁਆਰਾ ਚੁਣੌਤੀ ਦਿੱਤੀ ਗਈ ਸੀ ਕਿ ਕੈਨੇਡਾ ਆਪਣੇ ਦੂਤਾਵਾਸ ਸਟਾਫ ਨੂੰ ਹਟਾਉਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ, ਜਿਸ ਨਾਲ ਅਫਗਾਨਿਸਤਾਨ ਛੱਡਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਘੱਟ ਮਦਦ ਨਾਲ ਉੱਥੇ ਹੀ ਛੱਡ ਦਿੱਤਾ ਗਿਆ ਸੀ। 11 ਸਵੱਛ ਊਰਜਾ ਪ੍ਰੋਜੈਕਟ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਐਲਬਰਟਾ ਵਿੱਚ ਸਥਿਤ ਹਨ, ਨੂੰ ਫੈਡਰਲ ਫੰਡਿੰਗ ਵਿੱਚ ਕੁੱਲ $11 ਮਿਲੀਅਨ ਪ੍ਰਾਪਤ ਕਰਨ ਲਈ ਚੁਣਿਆ ਗਿਆ ਹੈ, ਜਿਸ ਦਾ ਐਲਾਨ ਕੁਦਰਤੀ ਸਰੋਤ ਮੰਤਰੀ ਜੋਨਾਥਨ ਵਿਲਕਿਨਸਨ ਨੇ ਕੀਤਾ ਹੈ। ਇਹ ਐਲਾਨ ਕੈਲਗਰੀ ਵਿੱਚ ਕੀਤਾ ਗਿਆ, ਜਿੱਥੇ ਉਹ ਸੂਬਾਈ ਅਤੇ ਖੇਤਰੀ ਮੰਤਰੀਆਂ ਨਾਲ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਏ। ਦੱਸਦੇ ਕਿ ਫੰਡਿੰਗ ਵਿੱਚੋਂ $2.5 ਮਿਲੀਅਨ ਐਲਬਰਟਾ ਯੂਨੀਵਰਸਿਟੀ ਅਤੇ ਰਜੀਨਾ ਯੂਨੀਵਰਸਿਟੀ ਵਿੱਚ ਛੋਟੇ ਮੋਡੂਲਰ ਨਿਊਕਲੀਅਰ ਰਿਐਕਟਰ ਖੋਜ ਲਈ ਜਾਣਗੇ ਤੇ ਬਾਕੀ ਬਚੇ $8.5 ਮਿਲੀਅਨ ਨੂੰ ਐਲਬਰਟਾ ਦੀਆਂ 7 ਕੰਪਨੀਆਂ ਵਿਚਕਾਰ ਵੰਡਿਆ ਜਾਵੇਗਾ ਜੋ ਸਾਫ਼ ਹਾਈਡਰੋਜਨ ਵਿਕਾਸ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਕਲੀਨ ਐਨਰਜੀ ਥਿੰਕ ਟੈਂਕ ਪੈਂਬੀਨਾ ਇੰਸਟੀਚਿਊਟ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਇਸ ਦਹਾਕੇ ਵਿੱਚ ਆਪਣੇ ਨਿਕਾਸ ਨੂੰ ਮਹੱਤਵਪੂਰਨ ਤੌਰ ਤੇ ਘਟਾਉਣ ਦੇ ਰਾਹ ਤੇ ਹੈ, ਜੋ ਸਵੱਛ ਊਰਜਾ ਵੱਲ ਤਬਦੀਲੀ ਨੂੰ ਤੇਜ਼ ਕਰ ਰਹੀਆਂ ਹਨ। ਇਹ ਰਿਪੋਰਟ ਫੈਡਰਲ ਸਰਕਾਰ ਦੇ ਨਾਲ-ਨਾਲ BC ਅਤੇ ਕਬੈਕ ਦੀਆਂ ਸਰਕਾਰਾਂ ਨੂੰ ਊਰਜਾ ਪਰਿਵਰਤਨ ਦਾ ਸਮਰਥਨ ਕਰਨ ਲਈ ਵਧੇਰੇ ਅੰਕ ਦਿੰਦੀ ਹੈ, ਪਰ ਐਲਬਰਟਾ ਅਤੇ ਸਸਕੈਚੁਆਨ ਦੀਆਂ ਸਰਕਾਰਾਂ ਨੂੰ ਇਸ ਰਿਪੋਰਟ ਵਿੱਚ ਪਿੱਛੇ ਦੱਸਿਆ ਗਿਆ ਹੈ। ਇੱਕ ਨਵੇਂ ਸਰਵੇ ਵਿੱਚ ਪਾਇਆ ਗਿਆ ਹੈ ਕਿ 10 ਵਿੱਚੋਂ 4 ਓਨਟਾਰੀਓ ਵਾਸੀਆਂ ਦਾ ਕਹਿਣਾ ਹੈ ਕਿ ਉਹ ਮਕਾਨਾਂ ਦੀ ਉੱਚ ਕੀਮਤ ਕਾਰਨ ਸੂਬਾ ਛੱਡਣ ਬਾਰੇ ਵਿਚਾਰ ਕਰ ਰਹੇ ਹਨ। ਐਂਗ ਸਟਰੀਟ ਇੰਸਟੀਚਿਊਟ ਨੇ ਪਿਛਲੇ ਮਹੀਨੇ 4204 ਕੈਨੇਡੀਅਨਸ ਦਾ ਆਨਲਾਈਨ ਸਰਵੇ ਕੀਤਾ ਅਤੇ ਪਾਇਆ ਕਿ ਸਾਰੇ ਉੱਤਰਦਾਤਾਵਾਂ ਵਿੱਚੋਂ 28% ਦੀ ਹਾਊਸਿੰਗ ਦੀ ਲਾਗਤ ਬਾਰੇ ਚਿੰਤਾਵਾਂ ਕਾਰਨ ਸੂਬੇ ਤੋਂ ਬਾਹਰ ਜਾਣ ਬਾਰੇ ਵਿਚਾਰ ਕਰ ਰਹੇ ਹਨ। ਪਰ ਓਨਟਾਰੀਓ ਦੇ ਵਸਨੀਕਾਂ ਵਿੱਚ ਇਹ ਗਿਣਤੀ 39% ਤੱਕ ਪਹੁੰਚ ਗਈ ਹੈ, ਜੋ ਕਿ ਕਿਸੇ ਵੀ ਕੈਨੇਡੀਅਨ ਸੂਬੇ ਵਿੱਚ ਸਭ ਤੋਂ ਵੱਧ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਦੀ ਦੂਜੀ ਸਭ ਤੋਂ ਵੱਧ ਫੀਸਦੀ ਦਰ ਸਾਹਮਣੇ ਆਈ ਹੈ, ਜੋ ਕਿ ਕਿਤੇ ਹੋਰ ਜਾਣ ਬਾਰੇ ਸੋਚ ਰਹੇ ਹਨ, ਜਿਸ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਨਿਵਾਸੀ ਇਸ ਲਿਸਟ ਵਿੱਚ ਆਉਂਦੇ ਹਨ। ਓਨਟਾਰੀਓ ਦੇ ਲੋਕਾਂ ਵਿੱਚੋਂ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਸੂਬੇ ਨੂੰ ਛੱਡਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ, ਲਗਭਗ 26% ਨੇ ਵਿਦੇਸ਼ ਨੂੰ ਆਪਣੀ ਸੰਭਾਵਿਤ ਮੰਜ਼ਿਲ ਵਜੋਂ ਸੂਚੀਬੱਧ ਕੀਤਾ, ਜਦੋਂ ਕਿ ਐਲਬਰਟਾ, ਸੰਯੁਕਤ ਰਾਜ ਅਤੇ ਐਟਲਾਂਟਿਕ ਕੈਨੇਡਾ ਸੂਚੀ ਵਿੱਚ ਅਗਲੇ ਹਨ। ਇਤਿਹਾਸਕ ਤੌਰ ਤੇ ਕੈਨੇਡਾ ਨੂੰ ਮਜ਼ਦੂਰ ਪ੍ਰਵਾਸ ਲਈ OECD ਦੁਆਰਾ ਇੱਕ ਰੋਲ ਮਾਡਲ ਵਜੋਂ ਦੇਖਿਆ ਗਿਆ ਹੈ ਅਤੇ ਪ੍ਰਵਾਸੀਆਂ ਨੂੰ ਆਰਥਿਕ ਤੌਰ ਤੇ ਏਕੀਕ੍ਰਿਤ ਕਰਨ ਦੀ ਗੱਲ ਆਉਂਦੀ ਹੈ ਤਾਂ OECD ਤੇ ਜ਼ਿਆਦਾਤਰ ਦੇਸ਼ਾਂ ਨੂੰ ਪਛਾੜ ਦਿੱਤਾ ਹੈ। ਪਰ ਬਹੁਤ ਸਾਰੇ ਹਾਲ ਹੀ ਦੇ ਪ੍ਰਵਾਸੀ ਰਹਿਣ ਸਹਿਣ ਦੀ ਉੱਚ ਕੀਮਤ ਅਤੇ ਖਾਸ ਤੌਰ ਤੇ ਰਿਹਾਇਸ਼ ਦੇ ਕਾਰਨ ਦੇਸ਼ ਛੱਡ ਰਹੇ ਹਨ, ਜੋ ਕਿ ਨਵੇਂ ਆਉਣ ਵਾਲਿਆਂ ਲਈ ਇੱਕ ਸਵਾਗਤ ਕਰਨ ਵਾਲੇ ਦੇਸ਼ ਵਜੋਂ ਕੈਨੇਡਾ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹਾਲਾਂਕਿ ਓਨਟਾਰੀਓ ਵਾਸੀ ਅਜੇ ਵੀ ਹਾਊਸਿੰਗ ਖਰਚਿਆਂ ਬਾਰੇ ਆਸ਼ਾਵਾਦੀ ਹਨ। ਉਹ ਇਸ ਲਈ ਕਿਉਂਕਿ ਓਨਟਾਰੀਓ ਦੇ ਵਸਨੀਕਾਂ ਵਿੱਚੋਂ 58% ਸਰਵੇ ਕੀਤੇ ਗਏ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਰਿਹਾਇਸ਼ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ ਅਤੇ ਕੈਨੇਡੀਅਨਸ ਵਿੱਚ ਇਹ ਗਿਣਤੀ 53% ਦੱਸੀ ਗਈ ਹੈ। ਸਰੀਆ ACMP ਦੇ ਅਨੁਸਾਰ ਜਟਲ ਦੁਕਾਨਦਾਰੀ ਸਕੀਮ ਦੇ ਦੋਸ਼ੀਆਂ ਨੇ ਸੁਰੱਖਿਆ ਅਲਾਰਮ ਸਿਸਟਮ ਨੂੰ ਬਲੌਕ ਕਰਨ ਲਈ ਡਿਵਾਈਸਾਂ ਦੀ ਵਰਤੋਂ ਨੂੰ ਕਥਿਤ ਤੌਰ ਤੇ ਸ਼ਾਮਲ ਕੀਤਾ ਹੈ, ਜਿਸ ਦੇ ਚੱਲਦੇ ਹੁਣ ਫੜੇ ਗਏ 2 ਦੋਸ਼ੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਦੱਸਦੇ ਕਿ ਪੁਲਿਸ ਨੇ 51 ਸਾਲਾ ਨਿਕੋਲੇਟਰ ਰੂਸਾ ਅਤੇ 39 ਸਾਲਾ ਐਮਿਲ ਮੈਰੀਅਨ ਸਟੈਨ ਨੂੰ ਪਿਛਲੇ ਸਾਲ ਸ਼ਾਪਲਿਫਟਿੰਗ ਸਕੀਮ ਵਿੱਚ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਸੀ। ਇਸ ਜੋੜੇ ਤੇ $53,000 ਦੀ ਉੱਚ ਮੁੱਲ ਦੀ ਪ੍ਰਚੂਨ ਚੋਰੀ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿੱਚ ਉੱਚ ਅੰਤ ਦੀਆਂ ਖੁਸ਼ਬੂਆਂ ਅਤੇ ਐਥਲੈਟਿਕ ਕੱਪੜੇ ਸ਼ਾਮਲ ਸਨ। ਮਾਊਂਟਿਸ ਨੇ ਉਸ ਸਮੇਂ ਕਿਹਾ ਸੀ ਕਿ ਇਹ ਚੋਰੀਆਂ ਸਰੀ, ਲੈਂਗਲੇ ਅਤੇ ਐਬਟਸਫੋਰਡ ਵਿੱਚ 6 ਮਹੀਨਿਆਂ ਦੇ ਅਰਸੇ ਦੌਰਾਨ ਹੋਈਆਂ। ਹੁਣ ਸਰੀਆ ACMP ਨੇ ਐਲਾਨ ਕੀਤਾ ਹੈ ਕਿ ਸ਼ੱਕੀਆਂ ਨੂੰ ਵੱਖ-ਵੱਖ ਦੋਸ਼ਾਂ ਲਈ ਦੋਸ਼ੀ ਮੰਨਿਆ ਗਿਆ ਹੈ ਅਤੇ ਦੋਵਾਂ ਨੂੰ $5,000 ਤੋਂ ਵੱਧ ਦੀ ਚੋਰੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮਾਊਂਟਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਵਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾਵੇਗਾ, ਪਰ ਇਹ ਨਹੀਂ ਦੱਸਿਆ ਕਿ ਚੋਰਾਂ ਨੂੰ ਕਿਹੜੇ ਦੇਸ਼ ਜਾਂ ਦੇਸ਼ਾਂ ਵਿੱਚ ਭੇਜਿਆ ਜਾਵੇਗਾ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਰੀਨ ਜੌਨ-ਪੀਅਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸਪਸ਼ਟ ਨਜ਼ਰ ਵਾਲੇ ਹਨ ਅਤੇ ਉਹ ਦੌੜ ਵਿੱਚ ਬਣੇ ਹੋਏ ਹਨ। ਹਾਲਾਂਕਿ ਉਸਨੇ ਮੰਨਿਆ ਕਿ ਪਿਛਲੇ ਕੁਝ ਦਿਨ ਮੌਜੂਦਾ ਰਾਸ਼ਟਰਪਤੀ ਲਈ ਚੁਣੌਤੀਪੂਰਨ ਰਹੇ ਹਨ, ਜਿਸ ਦੇ ਚੱਲਦੇ ਬਾਈਡਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸੰਸਦ ਮੈਂਬਰਾਂ ਅਤੇ ਡੈਮੋਕ੍ਰੈਟਿਕ ਗਵਰਨਰਸ ਦੇ ਇੱਕ ਸਮੂਹ ਸਮੇਤ ਹੋਰ ਪ੍ਰਮੁੱਖ ਸਹਿਯੋਗੀਆਂ ਨੂੰ ਮਿਲ ਰਹੇ ਹਨ, ਕਿਉਂਕਿ ਉਹਨਾਂ ਨੂੰ ਇਸ ਗੱਲ ਤੇ ਵੱਧ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੀ ਰਾਸ਼ਟਰਪਤੀ ਨੂੰ ਆਪਣੀ ਮੁੜ ਚੋਣ ਦੀ ਬਿਡ ਜਾਰੀ ਰੱਖਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵਾਈਟ ਹਾਊਸ ਦੀ ਬਰੀਫਿੰਗ ਦੌਰਾਨ ਪ੍ਰੈਸ ਸਕੱਤਰ ਕਰੀਨ ਜੌਨ-ਪੀਅਰ ਨੇ ਕਿਹਾ ਕਿ ਜੋ ਬਾਈਡਨ ਨੇ ਹਾਲ ਹੀ ਦੇ ਦਿਨਾਂ ਵਿੱਚ ਕਾਂਗਰਸ ਦੇ ਚੋਟੀ ਦੇ ਡੈਮੋਕ੍ਰੇਟਸ ਨੂੰ ਫੋਨ ਕੀਤਾ ਹੈ, ਜਿਸ ਵਿੱਚ ਹਾਊਸ ਦੇ ਘੱਟ ਗਿਣਤੀ ਲੀਡਰ ਹਕੀਮ ਜੈਫਰੀਸ ਵੀ ਸ਼ਾਮਲ ਹਨ। ਸੈਨੇਟ ਦੇ ਬਹੁ ਗਿਣਤੀ ਲੀਡਰ ਚੱਕ ਸ਼ੂਮਰ, ਦੱਖਣੀ ਕੈਰੋਲਾਈਨਾ ਡੈਮੋਕ੍ਰੈਟਿਕ ਪ੍ਰਤੀਨਿਧੀ ਜੇਮਸ ਕਲੈਬਰਨ, ਹਾਊਸ ਦੀ ਸਾਬਕਾ ਸਪੀਕਰ ਨੈਂਸੀ ਪੈਲੋਸੀ ਅਤੇ ਡੈਲਵੇਅਰ ਸੈਨੇਟਰ ਕ੍ਰਿਸ ਕੋਨਸ ਜੋ ਬਾਈਡਨ ਮੁਹਿੰਮ ਦੀ ਸਹਿ ਚੇਅਰ ਵਜੋਂ ਕੰਮ ਕਰਦੇ ਹਨ। ਜੌਨ-ਪੀਅਰ ਨੇ ਜੋ ਮੰਗਲਵਾਰ ਅਤੇ ਬੁੱਧਵਾਰ ਨੂੰ ਗੱਲਬਾਤ ਹੋਈ ਉਸ ਨੂੰ ਮਜ਼ਬੂਤ ਦੱਸਿਆ। ਜ਼ਿਕਰਯੋਗ ਹੈ ਕਿ ਇਹਨਾਂ ਵਿੱਚੋਂ ਕੁਝ ਡੈਮੋਕ੍ਰੇਟਸ ਨੇ ਪਿਛਲੇ ਹਫ਼ਤੇ ਬਾਈਡਨ ਦੀ ਮਾੜੀ ਬਹਿਸ ਪ੍ਰਦਰਸ਼ਨ ਤੇ ਮਿਸ਼ਰਤ ਪ੍ਰਤੀਕਰਮ ਦਿੱਤੇ। ਪੈਲੋਸੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੋਵਾਂ ਤੇ ਸਵਾਲ ਕਰਨਾ ਉਚਿਤ ਹੈ। ਇਹ ਕਹਿਣਾ ਇੱਕ ਜਾਇਜ਼ ਸਵਾਲ ਹੈ ਕਿ ਇਹ ਇੱਕ ਐਪੀਸੋਡ ਹੈ ਜਾਂ ਕਿ ਇਹ ਇੱਕ ਸ਼ਰਤ ਹੈ, ਅਤੇ ਬਾਕੀ ਮੰਤਰੀ ਨੇ ਵੀ ਰਲਵਾਂ ਜਵਾਬ ਦਿੱਤਾ। ਤੇ ਹੁਣ ਬੁੱਧਵਾਰ ਨੂੰ ਇੱਕ ਨਵੇਂ ਪੋਲ ਵਿੱਚ ਪਾਇਆ ਗਿਆ ਕਿ ਚੋਣ ਦੀ ਦੌੜ ਬਹਿਸ ਤੋਂ ਬਾਅਦ ਟਰੰਪ ਦੇ ਹੱਕ ਵਿੱਚ ਬਦਲ ਗਈ ਹੈ, ਜਿਸ ਵਿੱਚ ਮਹੱਤਵਪੂਰਨ ਲੜਾਈ ਦੇ ਮੈਦਾਨ ਰਾਜਾਂ ਵਿੱਚ ਵੀ ਸ਼ਾਮਲ ਹੈ। ਤੇ BBC ਦੇ ਅਨੁਸਾਰ ਰਾਸ਼ਟਰਪਤੀ ਅਤੇ ਕਲਾਈਬਰਨ ਨੇ ਬੁੱਧਵਾਰ ਨੂੰ ਪ੍ਰਤੀਨਿਧੀ ਦੇ ਇੱਕ ਕਰਮਚਾਰੀ ਨਾਲ ਗੱਲਬਾਤ ਨੂੰ ਸਕਾਰਾਤਮਕ ਕਿਹਾ ਹੈ, ਜਿਸ ਕਾਰਨ ਬਾਈਡਨ ਇਸ ਦੌੜ ਵਿੱਚ ਰਹਿਣਗੇ। ਇਹ ਅਟਕਲਾਂ ਦੂਰ ਹੋ ਗਈਆਂ ਹਨ। ਦੱਖਣ ਪੂਰਬੀ ਕੈਰੇਬੀਅਨ ਵਿੱਚ ਫੈਲਣ ਵਾਲੇ ਇੱਕ ਘਾਤਕ ਤੂਫਾਨ ਦੇ ਆਉਣ ਵਾਲੇ ਘੰਟਿਆਂ ਵਿੱਚ ਜਮੈਕਾ ਵਿੱਚ ਟਕਰਾਉਣ ਦੀ ਸੰਭਾਵਨਾ ਹੈ। ਖਬਰਾਂ ਮੁਤਾਬਕ ਹਰੀਕੇਨ ਬੈਰਿਲ ਫਿਰ ਕੈਮਨ ਆਈਲੈਂਡਸ ਵੱਲ ਆਪਣਾ ਰਸਤਾ ਬਣਾ ਲਵੇਗਾ, ਜਿਸ ਦੀ ਵੀਰਵਾਰ ਨੂੰ ਲੈਂਡਫਾਲ ਕਰਨ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਗ੍ਰੈਨਾਡਾ, ਵੈਨਜ਼ੂਏਲਾ ਅਤੇ ਸੈਂਟ ਵਿੰਸੈਂਟ ਅਤੇ ਗ੍ਰੈਨਾਡੀਨਸ ਵਿੱਚ ਤੂਫਾਨ ਦੇ ਰਾਹ ਵਿੱਚ ਘੱਟੋ-ਘੱਟ 7 ਲੋਕ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। US ਨੈਸ਼ਨਲ ਹਰੀਕੇਨ ਸੈਂਟਰ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਵੱਡੇ ਤੂਫਾਨ ਦਾ ਮੁੱਖ ਹਿੱਸਾ ਦੱਖਣੀ ਜਮੈਕਾ ਦੇ ਨੇੜੇ ਜਾਂ ਉਸ ਦੇ ਉੱਪਰੋਂ ਲੰਘੇਗਾ ਅਤੇ ਜਾਨ ਨੂੰ ਖਤਰੇ ਵਾਲਾ ਤੂਫਾਨ ਲਿਆਵੇਗਾ। ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੈਸ ਨੇ ਜਮੈਕਾ ਵਾਸੀਆਂ ਨੂੰ ਇਸ ਤੂਫਾਨ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਦੱਸਦੇ ਕਿ ਤੂਫਾਨ ਬੈਰਿਲ ਸੋਮਵਾਰ ਨੂੰ ਐਟਲਾਂਟਿਕ ਵਿੱਚ ਇੱਕ ਸ਼੍ਰੇਣੀ 5 ਤੂਫਾਨ ਵਿੱਚ ਵਿਕਸਿਤ ਹੋਣ ਵਾਲਾ ਸਭ ਤੋਂ ਪਹਿਲਾ ਤੂਫਾਨ ਬਣ ਗਿਆ, ਜੋ ਕਿ ਇੱਕ ਸਥਿਰ ਵਿਨਾਸ਼ਕਾਰੀ ਸ਼੍ਰੇਣੀ ਹੈ। ਹਿਜ਼ਬੁੱਲਾ ਨੇ ਕਿਹਾ ਹੈ ਕਿ ਦੱਖਣੀ ਲੈਬਨਾਨ ਵਿੱਚ ਇੱਕ ਇਜ਼ਰਾਈਲੀ ਹਵਾਈ ਹਮਲੇ ਵਿੱਚ ਉਸਦਾ ਇੱਕ ਸੀਨੀਅਰ ਕਮਾਂਡਰ ਮਾਰਿਆ ਗਿਆ, ਜਦੋਂ ਈਰਾਨ ਸਮਰਥਿਤ ਹਥਿਆਰਬੰਦ ਸਮੂਹ ਨੇ ਇਜ਼ਰਾਈਲ ਦੇ ਵਿਰੁੱਧ ਰਾਕੇਟ ਦੀ ਬਾਰਾਤ ਨਾਲ ਜਵਾਬੀ ਕਾਰਵਾਈ ਕੀਤੀ। ਜਾਣਕਾਰੀ ਮੁਤਾਬਕ ਮੁਹੰਮਦ ਨਿਮਾਨ ਅਸੀਰ ਹਿਜ਼ਬੁੱਲਾ ਦਾ ਤਾਜ਼ਾ ਸੀਨੀਅਰ ਮੈਂਬਰ ਹੈ, ਜਿਸ ਨੂੰ ਇਜ਼ਰਾਈਲ ਦੁਆਰਾ ਲਗਭਗ 9 ਮਹੀਨਿਆਂ ਦੀ ਸੀਮਾ ਪਾਰ ਹਿੰਸਾ ਦੇ ਦੌਰਾਨ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਨੇ ਇੱਕ ਸਰਵ ਵਿਆਪਕ ਯੁੱਧ ਦਾ ਡਰ ਪੈਦਾ ਕਰ ਦਿੱਤਾ ਹੈ। ਹਿਜ਼ਬੁੱਲਾ ਨੇ ਕਿਹਾ ਹੈ ਕਿ ਉਸਨੇ ਹੱਤਿਆ ਦੇ ਜਵਾਬ ਦੇ ਹਿੱਸੇ ਵਜੋਂ ਇਜ਼ਰਾਈਲੀ ਫੌਜੀ ਯੋਧਿਆਂ ਤੇ 100 ਰਾਕੇਟ ਅਤੇ ਮਿਜ਼ਾਈਲਾਂ ਦਾਗੀਆਂ ਹਨ, ਜਿਸ ਨੂੰ ਲੈ ਕੇ ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਖੁੱਲੇ ਖੇਤਰਾਂ ਵਿੱਚ ਡਿੱਗਣ ਵਾਲੇ ਕਈ ਪ੍ਰੋਜੈਕਟਾਈਲਾਂ ਨੇ ਅੱਗ ਨੂੰ ਭੜਕਾਇਆ, ਪਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਫੌਜ ਨੇ ਕਿਹਾ ਕਿ ਨਸੇਰ ਨੇ ਹਿਜ਼ਬੁੱਲਾ ਦੀ ਅਜ਼ੀਜ਼ ਯੂਨਿਟ ਦੀ ਕਮਾਂਡ ਕੀਤੀ, ਜੋ ਦੱਖਣ ਪੱਛਮੀ ਲੇਬਨਾਨ ਤੋਂ ਰਾਕੇਟ ਲਾਂਚ ਕਰਨ ਲਈ ਜ਼ਿੰਮੇਵਾਰ ਹੈ ਅਤੇ ਉਸ ਤੇ ਵੱਡੀ ਗਿਣਤੀ ਵਿੱਚ ਅੱਤਵਾਦੀ ਹਮਲਿਆਂ ਦਾ ਨਿਰਦੇਸ਼ਨ ਕਰਨ ਦਾ ਦੋਸ਼ ਲਾਇਆ। ਉਸਨੇ ਉਸ ਨੂੰ ਤਾਲੀਮ ਸਾਮੀ ਅਬਦੁੱਲਾ ਦਾ ਹਮਰੁਤਬਾ ਵੀ ਦੱਸਿਆ। ਇੱਕ ਹੋਰ ਯੂਨਿਟ ਦੇ ਕਮਾਂਡਰ, ਜਿਸ ਦੀ ਪਿਛਲੇ ਮਹੀਨੇ ਹੱਤਿਆ, ਨੇ ਹਿਜ਼ਬੁੱਲਾ ਨੂੰ ਇੱਕ ਦਿਨ ਵਿੱਚ ਉੱਤਰੀ ਇਜ਼ਰਾਈਲ ਵਿੱਚ 200 ਤੋਂ ਵੱਧ ਰਾਕੇਟ ਅਤੇ ਮਿਜ਼ਾਈਲਾਂ ਚਲਾਉਣ ਲਈ ਪ੍ਰੇਰਿਆ। ਉਦੋਂ ਤੋਂ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਿਕ ਯਤਨਾਂ ਦੀ ਭੜਕਾਹਟ ਹੋਈ ਹੈ, ਜਿਸ ਨੂੰ ਲੈ ਕੇ ਸੰਯੁਕਤ ਰਾਸ਼ਟਰ ਅਤੇ US ਨੇ ਯੁੱਧ ਦੇ ਸੰਭਾਵੀ ਵਿਨਾਸ਼ਕਾਰੀ ਨਤੀਜਿਆਂ ਦੀ ਚੇਤਾਵਨੀ ਦਿੱਤੀ ਹੈ, ਜੋ ਇਰਾਨ ਅਤੇ ਹੋਰ ਸਹਿਯੋਗੀ ਸਮੂਹਾਂ ਵਿੱਚ ਵੀ ਆ ਸਕਦੀ ਹੈ। ਬੁਲਟਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।